ਤੇ ਜਦ ਅਸੀਂ ਆਏ ਨਾ ਮਖੂ ਉੱਥੇ ਸਾਨੂੰ ਘੇਰਾ ਪੈ ਗਿਆ। ਘੇਰਾ ਪੈ ਗਿਆ ਤੇ ਥਾਣੇ ਦਾ नाज़रीन अस्सलाम वालेकुम रहमतुल्लाहि वबरकातुहू। आप देख रहे हैं FTM 105। मैं हूं फ़ारूक तैयब। नाज़रीन आज हम पहुंचे हैं मियाँ चन्नू के एक गांव सात चक्र मली वाला, तहसील मियाँ चन्नू, ज़िला खानेवाल। आज हमारे साथ एक बुज़ुर्ग मौजूद हैं जिनको पाकिस्तान पार्टीशन ऑफ पंजाब के बारे में तमाम वाक़यात और आप बीती उनको याद है, कहाँ रहते रहे हैं। उनसे आज बात करेंगे। उनका नाम है डॉक्टर अब्दुल करीम साहब। हम उनसे बात करते हैं उम्र के लिहाज से, हर लिहाज से, कैसी उनकी उम्र थी, कब वो वहाँ से आए, उनने कौन सी तकलीफ़ें देखी और आंखों देख के हाल देखे। जी बुजुर्गो, आपकी उम्र कितनी है? 84-85 दरमियान। जब आप इधर पाकिस्तान आए तो आपकी उम्र कितनी थी उस वक्त? 13 साल। 13 साल। तो तालीम कितनी थी उस वक्त? प्राइमरी। शादी आपकी पाकिस्तान में आके हुई है? जी हाँ, सन 60। अपना मुकम्मल एड्रेस बताएं जहाँ आप रहते रहे हैं, वो तहसील ज़िला वगैरह मुकम्मल पूरा। इंडिया का? हाँ जी इंडिया का। हाँ जी। तहसील ज़ीरा, ज़िला फिरोजपुर। हाँ जी। डाक खाना धर्मकोट। गाँव अमी वाला। उस वक्त राजे का नाम की सी उस टाइम? उदो हिंदुओं की हुकूमत सी। हुक्मरान राजा केड़ा सी उस टाइम? नेहरू सी? अंग्रेज सी नहीं, नेहरू क्यों, अंग्रेज सीगे। अंग्रेज का नाम याद है कोई तुहानू ओहदा? नहीं, कोई नहीं याद। ठीक है। ते और लागे लागे पिंड तुहाडे केड़े सी उधर? साडे लागे पिंड सी पंडोरी, कैला, हाँ जी, धर्म सिंह वाला, मौजगढ़, इंदगढ़, हाँ जी, शेरपुर तैयबा, हाँ जी, बाकर वाला, हाँ जी। ਤੇ ਤੁਹਾਡੇ ਯਾਰ ਬੇਲੀ ਉੱਥੇ ਹੋਣਗੇ ਕੋਈ ਨਾ ਕੋਈ ਖਾਸ, ਜਿਹੜੇ ਖੇਲਦੇ ਰਹੇ ਪੜ੍ਹਦੇ ਰਹੇ, ਉਹਨਾਂ ਦਾ ਯਾਰਾਂ ਦਾ ਕੋਈ ਨਾਮ ਯਾਦ ਹੈ ਤੁਹਾਨੂੰ? ਉਹ ਚੌਥੀ ਜਮਾਤ 4-5 ਲੜਕੇ ਹੁੰਦੇ, 5-6 ਬੰਦੇ। ਹਾਂਜੀ 5-6 ਮੁੰਡੇ। ਉਹਨਾਂ ਦਾ ਨਾਮ ਯਾਦ ਹੈ, ਫਤਿਹ ਮੁਹੰਮਦ। ਮੁਸਲਮਾਨ ਸੀ ਇਹ? ਮੁਸਲਮਾਨ ਫਤਿਹ। ਹਾਂਜੀ। ਸਿੱਖਾਂ ਦਾ ਨਾਮ ਯਾਦ ਹੈ ਕੋਈ? ਸਿੱਖਾਂ ਦਾ ਨਾਮ ਨਹੀਂ, ਮੁੰਡੇ ਸਾਡੇ ਇੱਕ ਦੋ ਆਉਂਦੇ ਹੁੰਦੇ ਸੀਗੇ ਨਾਲ ਹੀ ਸੀ ਸਾਡੇ ਪਿੰਡ ਸਿੱਖਾਂ ਦਾ ਪਿੰਡ, ਐਵੇਂ ਅੱਧਾ ਕਮੀਲ ਹੋ ਮਸਾਂ ਹੀ। ਤੇ ਉਹ ਮੁੰਡੇ ਆਉਂਦੇ ਹੁੰਦੇ ਸੀ। ਨਹੀਂ, ਚੌਥੀ ਦੇ ਵਿੱਚ 5-6 ਮੁੰਡੇ ਸੀ ਸਾਡੇ। ਸਿਰਫ ਮੁਸਲਮਾਨਾਂ ਦੇ ਸੀ। ਹਬੀਬੁੱਲਾ, ਫਤਿਹ ਮੁਹੰਮਦ, ਹਾਂਜੀ, ਤੇ ਮੁਹੰਮਦ ਅਹਿਮਦ, ਹਾਂਜੀ,
4-5 ਮੁੰਡੇ। ਤੇ ਉਦੋਂ ਦੇ ਮਾਸਟਰਾਂ ਦੇ ਨਾਮ ਯਾਦ ਆ ਕੋਈ ਜਿਹੜੇ ਪੜ੍ਹਾਉਂਦੇ ਰਹੇ? ਹਾਂਜੀ, ਪਹਿਲੀ ਜਮਾਤ ਸਾਨੂੰ ਪੜ੍ਹਾਉਂਦਾ ਰਿਹਾ, ਪਹਿਲੀ ਦੂਸਰੀ 'ਚ ਮੁਹੰਮਦ ਅਲੀ, ਅਨਾਇਤੁੱਲਾ, ਹਾਂਜੀ, ਤੇ ਦੂਸਰੀ 'ਚ ਮੌਲਵੀ ਫਜ਼ਲ ਇਲਾਹੀ, ਹਾਂਜੀ, ਬਹੁਤ ਨੇਕ ਆਦਮੀ ਸੀ, ਹਾਂਜੀ, ਫਜ਼ਲ ਇਲਾਹੀ। ਤੇ ਫਿਰ ਤੀਸਰੀ 'ਚ ਆ ਗਿਆ ਜਾਨ ਮੁਹੰਮਦ, ਮਾਸਟਰ ਜਾਨ ਮੁਹੰਮਦ, ਪਿੱਛੋਂ ਸੀ ਕਾਦਰ ਵਾਲੇ ਦਾ, ਹਾਂਜੀ, ਜਾਨ ਮੁਹੰਮਦ। ਜਦੋਂ ਪਾਕਿਸਤਾਨ ਦੇ ਹੱਲੇ ਪਏ, ਹਾਂਜੀ, ਤੁਸੀਂ ਉਦੋਂ ਉਸੇ ਦਿਨ ਆਏ ਜਾਂ 15 ਨੂੰ ਜਾਂ 16 ਨੂੰ, ਕਿਹੜੀ ਤਰੀਕ ਨੂੰ ਆਏ ਇੱਧਰ? ਅਸੀਂ ਜੀ ਤਰੀਕ ਤਾਂ ਯਾਦ ਨਹੀਂ ਉਦੋਂ, ਯਾਨੀ ਕਿ ਉਦੋਂ ਆ ਗਏ, ਅਗਲੇ ਦਿਨ ਆਏ ਸੀ? ਅਸੀਂ ਨਿਕਲੇ ਹਾਂ ਇਸ਼ਾ ਵੇਲੇ ਘਰੋਂ, ਇਸ਼ਾ ਵੇਲੇ, ਇਸ਼ਾ ਦੀ ਮੰਗਾਂ ਤੋਂ ਬਾਅਦ ਘਰ ਛੱਡਤਾ, ਜਿੰਦੇ ਲਾਤੇ ਸਮਾਨ। ਹਾਂਜੀ, ਉਹ ਪੂਰਾ ਵਾਕਿਆ ਸੁਣਾ ਦਿਓ ਜਿਵੇਂ ਪਾਕਿਸਤਾਨ ਪਹੁੰਚੇ ਆਪਾਂ। ਜਿੰਦੇ ਲਾ ਕੇ ਬਾਹਰ ਨਿਕਲੇ, ਪਿੰਡੋਂ ਬਾਹਰ ਜਾ ਕੇ ਬਹਿ ਗਏ, ਮੇਰੀ ਰਾਤ ਉੱਥੇ ਕੱਟੀ। ਸੁਬਾਹ ਸੀ ਸਾਡੇ ਚੌਧਰੀ ਹੁੰਦੇ ਢੋਲੇਵਾਲ ਦੇ ਸਦਰਦੀਨ, ਬਹੁਤ ਮਸ਼ਹੂਰ ਸ਼ਾਇਰ ਸੀ ਜ਼ਿਲ੍ਹਾ ਫਿਰੋਜ਼ਪੁਰ ਦੀ, ਉਹਨਾਂ ਦੇ ਪਿੰਡ ਚਲੇ ਗਏ ਸੀ, ਉੱਥੇ ਰਹੇ ਰਾਤ। ਸੁਬਾਹ ਫਿਰ ਉੱਥੋਂ ਨਾ ਕਾਫਲਾ ਤੁਰਨਾ ਸੀ, ਸੁਬਾਹ ਫਿਰ ਉੱਥੋਂ ਕਾਫਲਾ ਤੁਰਿਆ, ਅੱਗੇ ਆ ਗਿਆ ਪਿੰਡ ਨਹਿਰ ਆਏ ਅਸੀਂ, ਨਹਿਰ ਸੀ, ਨਹਿਰ ਦੇ ਨਾਲ ਤੁਰੇ ਆਏ ਹਾਂ। ਹਾਂਜੀ, ਪਿੰਡ ਸੀ ਅੱਗੇ ਬੂ ਲੱਲੇ, ਉੱਥੇ ਆਣ ਕੇ ਅਸੀਂ ਬੈਠੇ ਰਹੇ ਦਿਹਾੜੀ। ਉੱਥੋਂ ਨਿਕਲ ਕੇ ਤੇ ਅੱਗੇ ਆਏ ਅਸੀਂ। ਸਫ਼ਰ 'ਚ ਬਾਰਿਸ਼ਾਂ ਹੋਣ ਲੱਗ ਪਈਆਂ, ਰਸਤੇ 'ਚ ਬਹੁਤ ਬਾਰਿਸ਼ਾਂ ਹੋਣ। ਕਿੰਨੇ ਜਣੇ ਸੀ ਤੁਸੀਂ ਉਸ ਟਾਈਮ, ਪਤਾ ਕੋਈ? ਕਾਫਲਾ ਸੀ ਬਹੁਤ ਵੱਡਾ, ਜਿਹੜਾ ਇੱਕ ਵਾਰੀ ਬੰਦਾ ਨਿਕਲ ਜਾਂਦਾ ਸੀ ਉਹ ਮੁੜ ਕੇ ਲੱਭਦਾ ਨਹੀਂ ਸੀ, ਕਈਆਂ ਮੀਲਾਂ 'ਚ ਹੋਊ ਕਾਫਲਾ। ਹਾਂਜੀ, ਬਹੁਤ ਮਸ਼ਹੂਰ ਕਾਫਲਾ ਸਦਰਦੀਨ ਢੋਲੇਵਾਲ ਦਾ ਕਾਫਲਾ ਜਿਹੜਾ ਸੀ ਨਾ, ਬਹੁਤ ਮਸ਼ਹੂਰ ਸੀਗਾ। ਤੇ ਜਦ ਅਸੀਂ ਆਏ ਨਾ ਮਖੂ, ਉੱਥੇ ਹੀ ਸਾਨੂੰ ਘੇਰਾ ਪੈ ਗਿਆ। ਅੱਛਾ, ਘੇਰਾ ਪੈ ਗਿਆ ਤੇ ਥਾਣੇਦਾਰ ਤਲਾਸ਼ੀ ਲਈ ਜਾਵੇ। ਉਹ ਸਿੱਖਾਂ ਥਾਣੇਦਾਰ? ਸਿੱਖ ਸੀਗਾ। ਤਲਾਸ਼ੀ ਲਈ ਜਾਵੇ, ਐਵੇਂ 7-20-25 ਕਰਮਾਂ 'ਤੇ ਬੈਠਾ, ਤੇ 5 ਰੁਪਏ ਦੇਵੇ ਹਰ ਬੰਦੇ ਨੂੰ। ਆਲਾ ਜੀ 5 ਰੁਪਏ ਤੁਹਾਡਾ ਰਾਹਦਾਰੀ ਦਾ ਖਰਚਾ। ਅੱਛਾ, ਉਹਦੀ ਅੱਗੇ ਚੂੜੇ ਪਾਏ ਸੀ ਕਮਾਦ ਦੇ ਵਿੱਚ, ਉਹ 5 ਰੁਪਏ ਵੀ ਲੈ ਲੈਣ, ਬੰਦਾ ਮਾਰ ਦੇਣ। ਅੱਛਾ, 100-150 ਬੰਦਾ ਲੰਘਿਆ ਸੀ। ਤੇ ਜਦੋਂ ਅੱਲਾਹ ਤਾਲਾ ਨੇ ਮਿਲਟਰੀ ਘਲਤੀ ਉੱਤੋਂ। ਹਾਂਜੀ, ਤੁਹਾਡੇ ਸਾਹਮਣੇ ਬੰਦੇ ਮਾਰੇ ਵੀ ਗਏ, ਸ਼ਹੀਦ ਵੀ ਹੋਏ ਮੁਸਲਮਾਨ ਬਹੁਤ। ਕਿ ਮੈਂ ਕਿਹਾ ਪਾਣੀ ਪੀਣ ਨਹੀਂ ਸੀ ਲੱਭਦਾ, ਇੰਨੀ ਖਲਕਤ ਸੀ ਨਾ, ਲਾਸ਼ ਤੇ ਲਾਸ਼ ਪਈ ਸੀ। 2-3 ਤਈਆਂ ਲਾਈਆਂ ਲਾਸ਼ਾਂ ਦੀਆਂ ਇੰਨੀਆਂ, ਅੱਲਾ ਮਾਫ ਕਰੇ। ਬਹੁਤ। ਤੁਸੀਂ ਉੱਥੋਂ ਕਿਵੇਂ ਨਿਕਲੇ ਉੱਧਰੋਂ? ਉੱਧਰੋਂ ਫਿਰ ਤੁਸੀਂ ਆ ਗਏ ਨਾ, ਤੁਹਾਨੂੰ ਦੱਸਣਾ ਘੇਰਾ ਪੈ ਗਿਆ ਸਾਨੂੰ, ਪੈ ਗਿਆ ਮਖੂ। ਤੇ ਥਾਣੇਦਾਰ ਬੰਦੇ ਨੰਗਾਈ ਜਾਵੇ, ਮਾਰੀ ਜਾਵੇ, ਅੱਗੋਂ ਅੱਡਾ ਢੇਰ ਲੱਗਾ ਪਿਆ ਟੁੰਬਾਂ ਦਾ, ਲੇਬਰਾਂ ਦਾ। ਜਦੋਂ ਮਿਲਟਰੀ ਆਈ ਨਾ, 6-7 ਬੰਦੇ ਸੀ, ਅੱਲਾਹ ਤਾਲਾ ਉਹਨਾਂ ਦਾ ਭਲਾ ਕਰੇ। ਉਹਨਾਂ ਨੇ ਆ ਕੇ ਥਾਣੇਦਾਰ ਨੂੰ ਪੁੱਛਿਆ, ਤੇ ਉਹ ਥਾਣੇਦਾਰ ਤੁਹਾਨੂੰ ਪਤਾ ਆਪਦੇ ਬੋਝ ਬੈਠਾ ਸੀ, ਬਹੁਤ ਔਰੇ ਬੋਲਿਆ। ਉਹਨਾਂ ਨੇ ਪਹਿਲਾਂ ਚੁੱਕਤਾ, ਉਸੇ ਵੇਲੇ ਚੁੱਕਤਾ ਮੁਸਲਮਾਨਾਂ ਨੇ, ਉਹ ਮਿਲਟਰੀ ਨੇ। ਹਾਂਜੀ, ਮਿਲਟਰੀ ਨੇ ਮਾਰਤਾ, ਉੱਥੇ ਥਾਣੇਦਾਰ ਮਾਰ ਗਿਆ। ਤੇ ਮੈਂ ਛੋਟਾ ਜਿਹਾ ਸੀ, ਮੇਰੇ ਕੋਲ ਬਰਤਨ ਸੀ 2-3, ਮੈਂ ਸਿਰ 'ਚ, ਮੈਂ ਹੁਣ ਤਾਂ ਕੀ ਕਰਨੇ ਬਰਤਨ, ਬਸ ਹੁਣ ਤਾਂ ਗੱਲ ਖਤਮ ਹੋ ਗਈ, ਮੈਨੂੰ ਪਤਾ ਨਹੀਂ ਜ਼ਿੰਦਗੀ। 3-4 ਬਰਤਨ ਸਿਰ ਤੋਂ ਝੋਨਾ ਸੀ ਜਿਹੜਾ ਉਹਦੇ ਵਿੱਚ ਸਿਰ 'ਤੇ। ਮੁੜ ਕੇ ਫਿਰ ਬੰਦਾ ਕਾ ਛੱਡਣ ਗਿਆ ਵੀ ਆਪਦਾ ਸਮਾਨ ਸਮੂਨ ਕੁੰਝ ਲਓ, ਮੁਸਲਮਾਨਾਂ ਦੀ ਮਿਲਟਰੀ ਆ ਗਈ ਤਾਂ ਚਲੋ ਸਹੀ ਹੋ ਜਾਓ। ਹਾਂਜੀ, ਲਓ ਜੀ। ਫਿਰ ਉਹ ਸਾਨੂੰ ਨਾ ਉੱਥੇ ਉਹਨਾਂ ਨੇ ਤੋੜ ਕੇ ਲਿਆਏ ਸਾਨੂੰ, ਸਾਰੀ ਰਾਤ ਤੋਰੀ ਆਏ। ਹਾਂਜੀ, ਬਹਿਣ ਨਹੀਂ ਦਿੱਤਾ ਸਾਨੂੰ। ਅਗਲੇ ਦਿਨ ਜਿਹੜੇ ਇਹਨਾਂ ਨੇ ਕਹਿੰਦੇ ਵੀ ਚਲੋ ਬਹਿ ਜਾਓ। ਕੋਈ ਬੰਦਾ ਬੈਠਾ, ਕੋਈ ਨਹੀਂ ਬੈਠਾ, ਫਿਰ ਕਹਿੰਦੇ ਨਹੀਂ ਇੱਥੇ ਖਤਰਾ। ਗੱਲ ਕਦੀ 30 ਦਿਨ ਸਾਨੂੰ ਲਿਆ ਕੇ ਹੈਡ ਗੰਡਾ ਸਿੰਘ ਵਾਲੇ ਦੇ ਨੇ ਨਾਮ, ਇਸ਼ਾ ਵੇਲੇ ਇੱਥੋਂ ਲੰਘਾਇਆ ਸਾਨੂੰ, ਗੰਡਾ ਸਿੰਘ ਵਾਲੇ ਤੋਂ। ਭੁੱਖੇ ਰਹੇ ਉਹਨੇ ਦਿਨ, ਐਵੇਂ ਭੁੱਖੇ ਪਿਆਸੇ? ਨਹੀਂ ਜੀ, ਕੋਲ ਸੀ, ਰਾਸ਼ਨ ਸੀਗਾ, ਕੋਈ ਪਨੀਰੀ ਸ਼ੀਰੀ ਬਣਾ ਕੇ ਨਾ, ਤੇ ਬੱਦੀ ਸੀ, ਕੋਈ ਦਾਣੇ ਮੱਕੀ ਦੇ ਬਣਾ ਕੇ, ਕੋਈ ਛੋਲਿਆਂ ਦੇ। ਮੱਕੀ ਦੇ ਜਿਹੜੇ ਜੋ ਝੜੀ ਲੱਗ ਗਈ ਉਹ ਚੀੜੇ ਹੋ ਗਏ, ਛੋਲਿਆਂ ਦੇ ਨਰਮ ਹੋ ਗਏ। ਉਹ ਦਾਣੇ ਫੱਕਾ ਚੱਬ ਲੈਣੇ ਜਾਂ ਪਨੀਰੀ ਖਾ ਲੈਣੀ ਪੂਰਾ। ਹਾਂ, ਤੁਹਾਡੇ ਆਪਣੇ ਘਰ ਦੇ ਬੰਦੇ ਕਿੰਨੇ ਸੀ, ਕਿੰਨੇ ਤੋੜ ਤੱਕ ਪਹੁੰਚੇ? ਤੋੜ ਤੱਕ ਜੀ ਸਾਰੇ ਆ ਗਏ ਸੀ। ਅੱਛਾ, ਇੱਕ ਮੇਰੀ ਵਾਲਦਾ ਸੀਗੀ, ਹਾਂਜੀ, ਮਤੇਈ। ਸਾਡੇ ਵਾਲਦ ਦੇ 2 ਟੱਬਰ ਸੀ। ਹਾਂਜੀ, ਤੇ ਉਹ ਬਹੁਤ ਸਿੱਧੀ ਸਾਦੀ ਸੀ, ਨਮਾਜ਼ਨ ਸੀ 5 ਵਕਤ ਦੀ। ਹਾਂਜੀ, ਨੇਕ ਬਹੁਤ ਸੀ, ਹੈਗੀ ਜਰਾ ਸਿੱਧੀ ਸਾਦੀ ਸੀ। ਉਹ ਕਿਤੇ ਪਿਸ਼ਾਬ ਕਰ ਨਿਕਲੀ, ਅੱਲਾ ਜਾਣੇ।
ਉਹ ਨਹੀਂ ਲੱਭੀ, ਨਹੀਂ ਲੱਭੀ। ਕੀ ਨਾਮ ਸੀ ਉਹਨਾਂ ਦਾ? ਫਾਤਮਾ। ਫਾਤਮਾ। ਤੇ ਉਧਰੇ ਮਾਰੀ ਮੂਰੀ ਗਈ ਵਿਚਾਰੀ ਹੱਲ ਲੱਗਣੇ। ਤੇ ਅਸੀਂ ਫਿਰ ਇੱਧਰ ਆ ਗਏ ਪਾਕਿਸਤਾਨ 'ਚ। ਪਾਕਿਸਤਾਨ ਜਾ ਕੇ ਕਿੱਥੇ ਪਹਿਲੇ ਅੱਡਾ ਲੱਗਾ ਤੁਹਾਡਾ, ਡੇਰਾ ਲੱਗਾ? ਪਹਿਲਾਂ ਅਸੀਂ ਇੱਥੇ ਆਏ, ਕਸੂਰ ਹੀ ਆਏ ਹਾਂ। ਕਸੂਰ ਉੱਥੇ ਰਹੇ 2-3 ਦਿਨ। ਮੁੜ ਕੇ ਆਪੋ ਆਪਣੇ ਸਾਰਾਂ ਜਿੱਥੇ ਸੀ ਰਿਸ਼ਤੇਦਾਰ ਬੈਠੇ ਸੀ ਪੁਰਾਣੇ। ਕਹਿੰਦੇ ਤੇ ਜਦੋਂ ਵਾਪਸ ਇੱਧਰ ਆਏ ਕੈਂਪਾਂ ਵਿੱਚ ਬਿਮਾਰੀਆਂ ਬਹੁਤ ਫੈਲੀਆਂ ਸੀ, ਮੁਸਲਮਾਨ ਬਿਮਾਰ ਬਹੁਤ ਹੋ ਗਏ ਸੀ। ਹਾਂ ਜੀ, ਬਹੁਤ ਬਿਮਾਰ ਹੋਏ। ਅੱਛਾ, ਤੇ ਤੁਸੀਂ ਬਚ ਗਏ? ਤੁਹਾਡੇ 'ਚ ਕੋਈ ਬਿਮਾਰੀ ਦਾ? ਮੈਨੂੰ ਨਹੀਂ ਕੋਈ, ਮੈਂ ਬਿਲਕੁਲ ਐਂ ਠੀਕ ਹੀ ਰਿਹਾ, ਅੱਲਾ ਦੀ ਰਹਿਮਤ ਨਾਲ। ਸਹੀ ਸਹੀ, ਕੋਈ ਤਕਲੀਫ ਨਹੀਂ ਹੋਈ। ਹਾਂਜੀ। ਤੇ ਤੁਹਾਡੇ ਸਾਹਮਣੇ ਕੋਈ ਦੁਖੀ ਵਾਕਿਆ ਹੋਇਆ ਹੋਵੇ, ਕਿਸ ਤਰੀਕੇ ਨਾਲ ਜ਼ਖਮ ਉਹਨਾਂ ਨੇ ਕਤਲ ਕੀਤਾ, ਕੱਟਿਆ ਵੱਢਿਆ, ਕੋਈ ਹੈ ਯਾਦ ਤੁਹਾਨੂੰ ਵਾਕਿਆ? ਨਹੀਂ, ਮੇਰੇ ਸਾਹਮਣੇ ਨਹੀਂ ਵੇਖਿਆ। ਤੇ ਉਦੋਂ ਲਾਸ਼ਾਂ ਬਹੁਤ ਸੀਗੀਆਂ। ਅਸੀਂ ਲੰਘ ਕੇ ਆਏ ਨਾ ਜਦੋਂ, ਤੇ ਖਤਾਨਾਂ ਦੇ ਵਿੱਚ ਐਂ ਲਾਸ਼ਾਂ ਪਈਆਂ ਸੀਗੀਆਂ। ਇੱਕ ਜਗ੍ਹਾ ਸੀ ਲੰਘੇ, ਗੱਡੀ ਆ ਗਈ, ਗੱਡੀ ਉੱਥੇ ਲਿਆ ਖੜੀ ਕਰਤੀ ਉਹਨਾਂ ਨੇ, ਹਿੰਦੂਆਂ ਨੇ ਇੱਧਰੋਂ ਗਈ ਗੱਡੀ। ਤੇ ਕਾਫਲਾ ਸਾਡਾ ਸੀ ਆਹ ਲੈਣ ਦੇ ਨਾਲ ਐਂ ਬੈਠੇ ਸੀ। ਉਹ ਫਿਰ ਜੀ ਮਿਲਟਰੀ ਵਾਲਾ ਮੁਸਲਮਾਨਾਂ ਨੇ ਘੋੜੀਆਂ ਲੈ ਲਈਆਂ ਉਹਨਾਂ ਨੇ ਕਾਫਲੇ 'ਚੋਂ। ਉਹ ਘੋੜੀ 'ਤੇ ਆਓ, ਕਹਿੰਦਾ ਵੀ ਜਲਦੀ ਕਰ ਇਹਨੂੰ, ਫਟਾਫਟ ਤੋੜ ਇੱਥੋਂ, ਨਹੀਂ ਤਾਂ ਮੈਂ ਇੱਕ ਦਾਣਾ ਨਹੀਂ ਛੱਡਣਾ ਗੱਡੀ 'ਤੇ, ਸਾਰੇ ਭੁੰਨ ਦੂੰਗਾ। ਪਰ ਫਿਰ ਉਹਨੇ ਗੱਡੀ ਤੋੜ ਲਈ। ਤੇ ਲਾਸ਼ਾਂ ਖਤਾਨਾਂ ਦੇ ਵਿੱਚ ਐਂ ਪਈਆਂ ਸੀ। ਅਜੇ ਤੱਕ ਇੱਕ ਲੜਕੀ ਪਈ ਹੋਵੇ ਐਂ ਮਰੀ, ਤੇ ਬਾਂਹ 'ਚ ਉਹਦੇ ਚੂੜੀਆਂ, ਸਿਰ 'ਤੇ ਮਾੜਾ ਜਿਹਾ ਦੁਪੱਟਾ ਇੱਕ ਪਾਸੇ ਉੱਧਰੋਂ ਪੈਰ ਚੜਿਆ, ਅਜੇ ਵੀ ਨਿਗਾਹ ਮਾਰੀ ਉਸੇ ਤਰ੍ਹਾਂ ਦਿਸਦੀ ਪਈ। ਹਾਂਜੀ, 70 ਸਾਲ ਹੋ ਗਏ ਆਪਣੇ। ਕਹਿੰਦੇ ਲੜਕੀਆਂ ਆਪਣੇ ਮੁਸਲਮਾਨਾਂ ਨੇ ਆਪਣੀ ਇੱਜ਼ਤਾਂ ਬਚਾਉਣ ਵਾਸਤੇ ਬੜਾ ਕੁਝ ਕੀਤਾ ਸੀ, ਜਾਨਾਂ ਦੇਤੀਆਂ। ਵਾਕਈ ਵੀ ਹੋਇਆ? ਬਹੁਤ ਜਾਨਾਂ ਦਿੱਤੀਆਂ ਜੀ। ਬਸ ਫਿਰ ਤੈਨੂੰ ਪਤਾ, ਜਦ ਅਸਲਾ ਜੇ ਉਹਨਾਂ ਕੋਲ, ਸਾਡੇ ਕੋਲ ਸ਼ਾਇਦ ਕੋਈ ਨਹੀਂ ਸੀ। ਅਸਲੇ ਦੇ ਅੱਗੇ ਬੰਦਾ ਕੀ ਕਰ ਸਕਦਾ? ਹਾਂਜੀ। ਸਾਡੇ ਨਾਨਕਿਆਂ ਦੇ ਮੇਰਿਆਂ ਦੇ ਲਹਿੰਦੀ ਚੜ੍ਹਦੀ ਤਲਵੰਡੀਆਂ ਸੀ, 10-12 ਜੀ ਸੀ। ਸਿਰਫ ਮੇਰੇ ਮਾਮੇ ਦੇ ਪੁੱਤ 3 ਨਿਕਲੇ ਉੱਥੇ ਭੱਜ ਕੇ। 4 ਸੀਗੇ ਤੇ ਇੱਕ ਲੱਤਾਂ ਤੋਂ ਕਮਜ਼ੋਰ ਸੀ, ਭੱਜ ਨਹੀਂ ਸਕਦਾ। ਹਾਂਜੀ। ਤੇ ਉਹ ਉੱਧਰ ਹੀ ਰਹਿ ਗਿਆ। ਤੇ ਬਾਕੀ 3 ਆਏ ਡੰਡਿਆਂ ਵਰਗੇ, ਜਿਹੜੇ ਕੱਪੜੇ ਉਦੋਂ ਹੁੰਦੇ ਇਹੋ ਹੀ 2 ਜੋੜੇ, ਇੱਕ ਧੋਰਿਆ ਤੇ ਇੱਕ ਪਾ ਲਿਆ। ਹੁਣ ਤਾਂ ਜੋੜੇ ਨਹੀਂ ਮੁੱਕਦੇ, 20-25 ਜੋੜੇ ਇੱਕ ਬੰਦੇ ਦੇ। ਹਾਂਜੀ। ਤੇ ਤੁਹਾਡਾ ਕਾਰੋਬਾਰ ਉੱਥੇ ਕੀ ਸੀ? ਆਪਣਾ ਕਰਦੇ ਕੀ ਸੀ ਤੁਸੀਂ? ਕਰਦੇ ਜ਼ਿਮੀਂਦਾਰਾ। ਅੱਛਾ ਅੱਛਾ। ਜ਼ਮੀਨ ਕਿੰਨੀ ਸੀ ਤੁਹਾਡੀ ਜਾਇਦਾਦ ਵਗੈਰਾ? ਜ਼ਮੀਨ 2-2.5 ਕਿੱਲੇ ਹੋਣਗੇ ਉੱਥੇ। ਖੂਹਾਂ 'ਤੇ ਸੀ ਰਕਬਾ, ਖੂਹਾਂ 'ਤੇ। ਸਬਜ਼ੀ ਭਾਜੀ ਲਾ ਛੱਡਣੀ, ਗੰਢਾ ਤੰਬਾਕੂ, ਗੰਢੇ ਹੁੰਦੇ ਸੀ ਫਸਲ ਦੀ, ਜਿਵੇਂ ਆਪਣੇ ਇੱਧਰ ਕਪਾਹ ਹੁੰਦੀ ਆਮ, ਉੱਧਰ ਗੰਢਿਆਂ ਦੀ ਫਸਲ ਹੋ ਜਾਣੀ। ਗਾਂ ਫਿਰ ਮੱਕੀ ਸ਼ੱਕੀ ਬੀਜ ਲੈਣੀ। ਹਾਂ। ਉੱਥੇ ਮਸਜਿਦ ਹੈ ਸੀ ਆਪਣੀ ਜਿੱਥੇ ਰਹਿੰਦੇ? ਮਸਜਿਦ ਮਾਸ਼ਾਅੱਲਾ, ਗੁੰਬਦ ਵਾਲੀ ਮਸਜਿਦ ਸੀ ਸਾਡੇ, ਬਹੁਤ ਵੱਡੀ। ਯਾਨੀ ਕਿ ਉੱਥੇ ਜ਼ਿਆਦਾ ਮੁਸਲਮਾਨ ਸੀ ਜਿੱਥੇ ਤੁਸੀਂ ਰਹਿ ਰਹੇ? ਸਾਰਾ ਮੁਸਲਮਾਨਾਂ ਦੇ ਪਿੰਡ ਸਾਡਾ ਜੀ। ਹਾਂਜੀ। ਕੋਈ ਸਿੱਖਾਂ ਦਾ ਲੈਣ ਦੇਣ ਤੁਹਾਡਾ? ਕੋਈ ਨਾ। ਖੱਤਰੀ ਹੁੰਦੇ ਸਾਡੇ, ਖੱਤਰੀ ਕਰਾ। ਖੱਤਰੀ? ਹਾਂ, ਬੜੇ ਖਤਰਨਾਕ ਸੁਣਿਆ। ਉਹਨਾਂ ਦਾ ਕੀ ਸੀ ਤੁਹਾਡੇ ਨਾਲ ਰਹਿਣ ਸਹਿਣ? ਉਹ ਸਹੀ ਸਾਡੇ ਨਾਲ। ਮੈਂ ਕਹੀ ਹੁਣ ਸੌਦਾ ਸੂਦਾ ਲੈਂਦੇ ਸੀਗੇ, 5-6 ਦੁਕਾਨਾਂ ਸੀ ਪਿੰਡ ਦੇ ਵਿੱਚ ਖੱਤਰੀਆਂ ਦੀਆਂ। ਤੇ ਇੱਕ ਸਾਡੇ ਰੌਣਕੀ ਖੱਤਰੀ ਹੁੰਦਾ ਸੀ, ਅਸੀਂ ਉਹਦੇ ਕੋਲ ਸੌਦਾ ਲੈਂਦੇ ਹੁੰਦੇ ਬੜਾ। ਸਹੀ ਦਿੰਦਾ ਸੀ ਇਮਾਨਦਾਰੀ ਨਾਲ? ਹਾਂ ਬਿਲਕੁਲ, ਚੰਗਾ ਸੀਗਾ। ਤੇ ਉਹਨਾਂ ਦਾ ਸਿੱਖਾਂ ਦਾ ਮੁਸਲਮਾਨਾਂ ਨਾਲ ਰਹਿਣ ਸਹਿਣ, ਕਿਉਂਕਿ ਉੱਥੇ ਹੁਣ ਪਿੰਡ ਜਾਂਦੇ ਹੋਣੇ ਆ, ਆਉਂਦੇ ਜਾਂਦੇ ਮੁਲਾਕਾਤ ਹੁੰਦੀ, ਕਿਸ ਤਰ੍ਹਾਂ ਮਿਲਦੇ ਤੁਹਾਨੂੰ, ਕਿਵੇਂ ਰਹਿੰਦੇ ਤੁਹਾਡੇ ਨਾਲ? ਕੌਣ? ਸਿੱਖ ਦੂਸਰੀ ਬਰਾਦਰੀ ਮੁਸਲਮਾਨਾਂ ਤੋਂ ਇਲਾਵਾ ਜਿਹੜੇ? ਨਹੀਂ, ਅਸੀਂ ਵੇਖੇ ਨਹੀਂ ਸਿੱਖ, ਪਰ ਦੂਰ ਦੂਰ ਪਿੰਡਾਂ ਸੀ, ਸਾਡੇ ਨੇੜੇ ਪਿੰਡਾਂ ਵਿੱਚ ਹੈ ਨਹੀਂ ਸੀ। ਸਾਡੇ ਇੱਕ ਪਿੰਡ ਸੀ, ਅੱਧਾ ਕੁ ਮੀਲ ਹੋਊਗਾ, ਉੱਥੇ ਰਹਿੰਦੇ ਹੁੰਦੇ ਸੀ, ਰਲੇ ਮਿਲੇ ਸੀ ਮੁਸਲਮਾਨ ਸਿੱਖ ਵੀ। ਉਹ ਮੁੰਡੇ ਸਕੂਲੇ ਆਉਂਦੇ ਹੁੰਦੇ ਪੜ੍ਹਨ, ਪਹਿਲੀ ਦੂਜੀ ਕਿਤੇ। ਹਾਂਜੀ। ਸਕੂਲ ਮੁਸਲਮਾਨਾਂ ਦੇ ਕੋਲ ਸੀਗਾ? ਹਾਂ ਜੀ, ਮੁਸਲਮਾਨਾਂ ਸਾਡੇ ਪਿੰਡ ਦੇ, ਵਿਚਾਲੇ ਪਿੰਡ ਦੇ ਸਾਡੇ। ਤੇ ਮੁਸਲਮਾਨ ਫਰਕ ਨਹੀਂ ਸੀ ਕਰਦੇ ਸਿੱਖਾਂ ਨਾਲ? ਨਹੀਂ, ਕੋਈ ਪਤਾ ਨਹੀਂ ਸੀ। ਉਹ 1-2 ਮੁੰਡੇ ਹੁੰਦੇ ਸੀਗੇ, ਆਉਣਾ, ਉਹਨਾਂ ਨੇ ਪੜ੍ਹ ਕੇ ਚਲੇ ਜਾਣਾ। ਉਹ ਮੇਰਾ ਭਾਈ ਹੁੰਦਾ ਸੀ, ਇੱਕ ਚਾਚੇ ਦਾ ਪੁੱਤ, ਉਹਨੇ ਚੁੱਕ ਕੇ ਨਾ ਸੰਦੂਕੜੀ, ਉਹਨੇ ਸਿੱਖਾਂ ਦੀ ਉਹ ਮਾਰਦੀ, ਭਜਾ ਦੇਣੀ, ਚੁੱਕ ਸਿੱਖੜੇ ਕੁੱਤੇ। ਅੱਛਾ। ਹਾਂਜੀ। ਕਹਿੰਦੇ ਮਜ਼ਹਬੀ ਲਿਹਾਜ਼ ਨਾਲ ਆਜ਼ਾਦੀ ਸੀ, ਕੋਈ ਟੈਨਸ਼ਨ ਨਹੀਂ ਸੀ ਉੱਥੇ? ਵੈਸੇ ਕੋਈ ਨਹੀਂ ਸੀ, ਕੋਈ ਟੈਨਸ਼ਨ ਨਹੀਂ। ਮਰਜ਼ੀ ਨਾਲ ਨਮਾਜ਼ਾਂ ਪੜ੍ਹਦੇ, ਬਾਤਾਂ ਕਰਦੇ? ਮਰਜ਼ੀ ਜੀ, ਉਸ ਪਾਬੰਦੀ ਕੋਈ ਨਹੀਂ। ਸਾਡਾ ਪਿੰਡ ਸਾਰਾ ਅਹਿਲ ਹਦੀਸ ਦਾ ਸੀ। ਅੱਛਾ, ਹੈ ਵੀ ਅਹਿਲ ਹਦੀਸ ਉੱਧਰ ਮੁਸਲਮਾਨ ਵੀ? ਸਾਰੇ ਅਹਿਲ ਹਦੀਸ। ਅੱਛਾ, ਸਹੀ ਹੈ। ਤੁਸੀਂ ਕਿੰਨੇ ਭਾਈ ਕੋਲ? 4 ਭਾਈ ਸੀ ਜੀ ਅਸੀਂ। ਹਾਂਜੀ। ਇਸ ਟਾਈਮ ਬਾਕੀ ਕਿਹੜੇ ਕਿਹੜੇ ਹੈਗੇ? ਕੌਣ? ਕੋਈ ਨਹੀਂ, ਮੈਨੂੰ ਇਕੱਲਾ ਹੀ। ਤੁਸੀਂ ਸਭ ਤੋਂ ਛੋਟੇ ਹੋ? ਹਾਂਜੀ। ਵੱਡਾ ਹੀ ਸਾਡਾ ਮੇਰਾ ਭਾਈ ਗੁਲਾਮ ਮੁਹੰਮਦ, ਛੋਟਾ ਸੀ ਜਾਨ ਮੁਹੰਮਦ, ਉਹ ਉੱਧਰ ਫੌਤ ਹੋ ਗਿਆ ਸੀ। ਆ ਨਾ ਇੱਧਰ ਆਇਆ ਤੋਂ ਸਾਲ ਖਿਆਨ ਜਦੋਂ ਫੌਤ ਹੋ ਗਿਆ। ਸਹੀ ਹੈ। ਤੇ ਉਸ ਤੋਂ ਛੋਟੇ ਖੁਸ਼ੀ ਮੁਹੰਮਦ ਹੈ, ਉਹ ਵੀ 5-7 ਸਾਲ ਹੋ ਗਏ ਫੌਤ ਹੋਏ ਨੂੰ। ਹਾਂ, ਹੁਣ ਮੈਂ ਇਕੱਲਾ ਹੀ ਹਾਂ। ਤੇ ਇੱਥੇ ਜਾਇਦਾਦ ਜਿਹੜੀ ਤੁਹਾਨੂੰ ਮਿਲੀ, ਕਿੰਨੀ ਮਿਲੀ ਸੀ ਜਦੋਂ ਸ਼ੁਰੂ 'ਚ ਇਕੱਲੇ ਸੀਗੇ? ਉਦੋਂ ਘਰ ਮਗਰ ਦਿੱਤੇ ਸੀ ਉਹਨਾਂ ਨੇ 5 ਕਿੱਲੇ ਫੀ ਘਰ, ਚਾਹੇ ਕਿਸੇ 2 ਜੀ ਆ, ਕਿਸੇ ਚਾਹੇ 5 ਜੀ ਆ। ਫਿਰ ਜਦੋਂ ਪਿੱਛੋਂ 1-2 ਸਾਲ ਬਾਅਦ ਆਈਆਂ ਜ਼ਮੀਨਾਂ ਆਈਆਂ ਪਿੱਛੋਂ,
ਹਾਂਜੀ ਹਾਂਜੀ। ਤੇ ਫਿਰ ਸਾਡੇ ਕੋਲ ਜਿੰਨੀ ਪਿੱਛੋਂ ਸੀ ਨਾ 1.5 ਕਿੱਲਾ ਕਿ 2 ਕਿੱਲੇ ਉਹ ਸਾਨੂੰ ਮਿਲੇ ਪਿਛਲੀ ਜਿਹੜੀ ਸੀ। ਹਾਂ ਇਹ ਜੋ ਨਵੀਂ ਆਬਾਦੀ ਹੋਈ ਇੱਥੇ ਆ ਕੇ ਤੰਗੀ ਤਾਂ ਬੜੀ ਹੋਈ ਹੋਣੀ, ਕਿਵੇਂ ਆਪਣਾ ਗੁਜ਼ਾਰਾ ਕੀਤਾ? ਨਾ ਬਰਤਨ, ਨਾ ਕੋਈ ਭਾਂਡੇ, ਨਾ ਕੋਈ ਰਹਿਣ ਸਹਿਣ ਦੀ ਜਗ੍ਹਾ? ਕੋਈ ਸ਼ਾਇਦ ਨਹੀਂ, ਬਸ ਅੱਲਾ ਮਾਲਕ ਸੀ। ਕੋਈ ਜ਼ਰੀਆ ਹੋਣਾ ਕਿਸੇ ਕਿਦੋਂ ਅਮਦਾਦ ਕੀਤੀ ਕਿਸੇ ਮੁਸਲਮਾਨਾਂ ਕਿਸੇ ਨੇ ਨਹੀਂ ਇਮਦਾਦ ਕੀਤੀ ਬਸ ਉਦੋਂ। ਬਾਬਾ ਜਨਾਹ ਦੇਖਿਆ ਤੁਸੀਂ? ਨਹੀਂ। ਤਕਰੀਰ ਵਗੈਰਾ ਸੁਣੀ ਉਸ ਦੌਰ 'ਚ? ਤਕਰੀਰ ਤੂੰ ਨਹੀਂ ਸੁਣੀ, ਮੈਂ ਨਹੀਂ ਸੁਣੀ, ਮੈਂ ਦੇਖਿਆ ਫੋਟੋ ਦੇਖਿਆ। ਵੈਸੇ ਅੱਛੇ ਇਨਸਾਨ ਸੀ ਸੁਣਿਆ ਬਹੁਤ ਹੀ। ਆਹੋ ਅੱਛੇ ਸੀ, ਹੈ ਤਾਂ ਅੰਗਰੇਜ਼ੀ ਟਾਈਪ ਦਾ ਬੰਦਾ ਸੀਗਾ, ਲੇਕਿਨ ਮੁਸਲਮਾਨਾਂ ਵਾਸਤੇ ਬਹੁਤ ਕੰਮ ਕੀਤਾ ਉਹਨੇ। ਹਾਂ ਮੁਸਲਮਾਨਾਂ ਵਾਸਤੇ ਕਰ ਗਿਆ ਜੋ ਕੁਛ ਕਰ ਗਿਆ, ਠੀਕ ਸੀਗਾ। ਤੇ ਹੁਣ ਕੋਈ ਤੁਹਾਡਾ ਉੱਥੇ ਹੈ ਕੋਈ ਇੰਡੀਆ ਹਿੰਦੁਸਤਾਨ ਰਹਿੰਦਾ ਕੋਈ? ਉੱਥੇ ਕਿਹਨੇ ਰਹਿਣਾ ਹੁਣ? ਕੋਈ ਨਹੀਂ। ਸ਼ਾਇਦ ਕੋਈ ਰਹਿ ਜਾਂਦਾ। ਮੈਂ ਕਿਹਾ ਇੱਕ ਤਾਂ ਤੁਹਾਡੀ ਵਾਲਦਾ ਗੁੰਮ ਹੋ ਗਈ ਆ, ਪਤਾ ਨਹੀਂ ਉਹਦਾ ਕੋਈ। ਉਹ ਤਾਂ ਰਸਤੇ 'ਚ ਕਾਫਲੇ ਗੁੰਮ ਹੋ ਗਈ। ਹਾਂਜੀ। ਤੇ ਕਈਆਂ ਬਜ਼ੁਰਗਾਂ ਨਾਲ ਗੱਲ ਹੋਈ, ਉਹ ਕਹਿੰਦੇ ਸਾਡੇ ਅਜੇ ਉੱਥੇ ਰਿਸ਼ਤੇਦਾਰ ਵੀ ਮੌਜੂਦ ਆ, ਕਈਆਂ ਦੇ ਬੱਚੇ ਗੁੰਮ ਹੋਏ ਸੀ। ਉਹ ਜੀ ਜਿਹੜੇ ਰਹਿੰਦੇ ਨਾ ਉਹ ਪਰਾਂ, ਜਿਵੇਂ ਆਪਾਂ ਨੂੰ ਸਿੰਧ 'ਚ ਜਾਈਏ, ਸਿੰਧ, ਹਾਂਜੀ ਹਾਂਜੀ, ਤੇ ਉਹ ਪਰਾਂ ਰਹਿੰਦੇ ਆ UP CP 'ਚ, ਦਿੱਲੀ, बम्बई, इधर रहते थे। पंजाब च कोई नहीं, पंजाब कोई नहीं। ठीक है नाज़रीन, आपने सुना बुज़ुर्गों की बातें, अपने आप बीती भी सुनाई और पाकिस्तान पहुंचने का पूरा मंज़र आपके सामने रखा है। उम्मीद है आपको पसंद आया होगा। अगर पसंद आया तो लाइक भी कीजिए, शेयर भी कीजिए और चैनल को ज्वाइन ज़रूर कीजिए। आपका बहुत बहुत शुक्रिया। अल्लाह हाफिज़। करवल सफर तैयारी, खैरी ले कर होई रवाना, साथ रसूल गुफारी। सियाकों तक सफर दुराडा ते पैरी टुर कर जाना, ते उंगली पकड़ माई दी टुरदा सोना नबी रुबाना। 5 बरसां या वध घट आई उम्र नबी सरवर दी, इस उम्रे नहीं ताकत हुंदी इतने सख्त सफर दी। चुप कर साथ माई दे टुरदा ते सोना नबी जगाना, रात पवे पढ़ हमद गुजारन ते फजरे फेर रवाना। नाम अबवा इकरा विच वस्ती ते आ पहुंचे उस जाई, सख्त बीमारी नाज़िल होई पाक नबी दी माई। देखे पई यतीम नबी नूं ते लगियां होण जुदाइयां, दर्दों छम छम इंजू आइयां ते बातां बोल सुनाइयां। देखने असा नसीब न होया ते बख्त बुलंद सितारा, देखन गया प्यारी सूरत ते तेरा बाप प्यारा। बस तू भेजा नबी खुदा ने ते उपर खलकत सारी, आलम दी सरदारी तैनू ते आख्या मां प्यारी। ये भी क्या असी मर जासां ते फिर भी हर हर जाई, नाम हयात साडा रैसी ते रोज़ क़यामत ताई। भी फरमाया हक मरना है ते मरनो कौन हटावे, हर शय नवी पुरानी होकर ते खाके अंदर मिल जावे। दुनिया विच खुदा दी रहमत ते बरकत नाल परावां,
ਸਾਇਆ ਰਹਿਮਤ ਬਾਪ ਪਿਆਰੇ ਤੇ ਮਾਵਾਂ ਵੇ ਠੰਡੀਆਂ ਹੀ ਛਾਵਾਂ। ਪੀੜ ਪਈ ਵਿੱਚ ਹਾਜ਼ਰ ਹੋਵਣ ਤੇ ਭਾਈ ਮਾਂ ਪਿਓ ਜਾਏ, ਹੋਰ ਹਜ਼ਾਰਾਂ ਦੋਸਤ ਹੋਵਣ ਤੇ ਜਦ ਕਦ ਹੋਣ ਪਰਾਏ। ਲੱਖ ਮੁਹੱਬਤ ਕਰੇ ਬਿਗਾਨਾ ਇੱਜ਼ਤ ਦੌਲਤ ਦੇਸੀ, ਭਾਈਆਂ ਵਾਂਗੂ ਕਦੇ ਨਾ ਹੋਸੀ ਤੇ ਜਦ ਕਦ ਕੰਡ ਕਰੇਸੀ। ਭਾਈਆਂ ਨਾਲ ਆਰਾਮ ਦਿਲਾਂ ਨੂੰ ਤੇ ਲੱਖਾਂ ਫੈਜ਼ ਪਹੁੰਚਾਵਣ ਤੇ ਕਦਰ ਮਲੂਮ ਤਦਾਈ ਹੋਵੇ ਤੇ ਜਦੋਂ ਵਿਛੋੜੇ ਆਵਣ। ਅਬਦ ਸਤਾਰਾ ਤੂੰ ਸਭ ਬਾਤਾਂ ਤੇ ਬੇਸ਼ੱਕ ਸੱਚ ਸੁਣਾਈਆਂ, ਦਰਦਮੰਦਾਂ ਨੂੰ ਮਾਲਮ ਹੁਸਨ ਤੇ ਪੇਸ਼ ਜਿਨ੍ਹਾਂ ਦੇ ਆਈਆਂ।